नमस्कार साथियों, मैं सोच सही दिशा नहीं के लिए जर्नैल सिंह आपकी सेवा में फिर से हाजिर हूँ। और आज हमारे साथ किसान नेता सिकंदर सिंह जी हैं, तो हम इनसे बात करेंगे और जानेंगे इन काले कानूनों के बारे में इनकी क्या प्रतिक्रिया है। तो सर नमस्कार। सर नमस्कार। नमस्कार। पहले तो मैं ਤੁਸੀਂ YouTube ਚੈਨਲ ਵਾਲੇ ਇੱਥੇ ਚੈਨਲ ਵਾਲੇ ਪਹੁੰਚੇ ਹੋ, ਮੈਂ ਦਿਲ ਦੀ ਗਹਿਰਾਈ 'ਚੋਂ ਧੰਨਵਾਦ ਕਰਦੇ ਹਾਂ। ਤੁਸੀਂ ਖਬਰ ਕਰਨ ਵਾਸਤੇ ਅੱਜ ਸੁਲਤਾਨਪੁਰੀਆ ਦੀ ਸੰਗਤ ਇੱਥੇ ਪਹੁੰਚੀ ਹੈ। ਇੰਨੀ ਭਾਰੀ ਤਾਦਾਦ ਦੇ ਵਿੱਚ ਛੋਟੇ ਜਿਹੇ ਇੱਕ ਸੱਦੇ ਤੇ ਇਹਨਾਂ ਦਾ ਅਸੀਂ ਦਿਲ ਦੀ ਗਹਿਰਾਈ 'ਚ ਧੰਨਵਾਦ ਕਰਾਂਗੇ। ਤੁਹਾਡਾ ਮੀਡੀਆ ਚੈਨਲ ਦਾ ਵੀ ਧੰਨਵਾਦ ਕਰਾਂਗੇ। ਜਿਵੇਂ ਕਿ ਤੁਸੀਂ ਕਾਨੂੰਨਾਂ ਬਾਰੇ ਗੱਲ ਕੀਤੀ ਹੈ, ਕਾਨੂੰਨਾਂ ਬਾਰੇ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਬੱਚੇ ਨੂੰ ਸਮਝ ਆ ਚੁੱਕੀ ਕਾਨੂੰਨਾਂ ਬਾਰੇ। ਇਸ ਕਰਕੇ ਉਹ ਕਾਨੂੰਨਾਂ ਬਾਰੇ ਦੁਹਰਾਉਣ ਦੀ ਲੋੜ ਨਹੀਂ ਸਾਨੂੰ, ਕਿਉਂਕਿ ਕਾਨੂੰਨ ਜਿਹੜੇ ਕਾਲੇ ਨੇ ਤਿੰਨੇ, ਉਹਨਾਂ ਪਿੱਛੇ ਅੱਜ ਕਿਸਾਨ ਨੂੰ 115 ਦਿਨ ਹੋ ਗਏ। ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੱਕ ਵੱਡਾ ਅੰਦੋਲਨ ਹੈ। ਇਹ ਇੱਕ ਇਹੋ ਜਿਹਾ ਅੰਦੋਲਨ ਹੈ ਜਿਹੜਾ ਕਿ ਇੱਕ ਪੀਸਫੁੱਲ ਸ਼ਾਂਤਮਈ ਪ੍ਰੋਟੈਸਟ ਕੀਤਾ ਜਾ ਰਿਹਾ, ਪਰ ਸਰਕਾਰ ਨੇ ਹਮੇਸ਼ਾ ਹੀ ਸਾਡੇ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਆਂ, ਬੈਰੀਗੇਟ ਅਤੇ ਸਾਡੇ ਜਿਹੜੇ ਰੋਡ ਪੱਟਣ ਦਾ ਯਤਨ ਕੀਤਾ ਗਿਆ ਸੀ। ਪਰ ਅੱਜ ਜਿਹੜਾ ਅੰਦੋਲਨ ਹੈ ਸਾਡਾ 115 ਦਿਨਾਂ ਤੱਕ, ਅੱਜ 115ਵਾਂ 16ਵਾਂ ਦਿਨ ਹੈ ਜਿੱਥੋਂ ਤੱਕ ਪਹੁੰਚ ਚੁੱਕਿਆ, ਇੱਥੋਂ ਤੱਕ ਹੀ ਪਹੁੰਚ ਚੁੱਕਿਆ। ਅਤੇ ਬਾਕੀ ਜਿਹੜਾ ਕੱਟ ਤੁਸੀਂ ਕਾਨੂੰਨਾਂ ਦੀ ਗੱਲ ਕਰਦੇ ਸੀ, ਅੱਜ ਬੱਚੇ ਨੂੰ ਆਹ ਪਿੰਡ ਦੀ ਇੰਨੀ ਸੰਗਤ ਬੈਠੀ ਹੈ, ਇਸ ਨੂੰ ਤੁਸੀਂ ਕਵਰ ਵੀ ਕੀਤਾ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਾਨੂੰਨਾਂ ਦੇ ਖਿਲਾਫ ਜਿਹੜੀ ਸਾਡੇ ਪਿੰਡ ਦੇ ਬੱਚਾ ਗਲੀਆਂ ਦੇ ਵਿੱਚੋਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਕਾਨੂੰਨ ਦੇ ਖਿਲਾਫ ਨੇ। ਔਰ ਉਹ ਚਾਹੁੰਦੇ ਨੇ ਇਸ ਕਾਨੂੰਨ ਨੂੰ ਜਲਦ ਤੋਂ ਜਲਦ ਵਾਪਸ ਲਿੱਤਾ ਜਾਵੇ, ਜਿਹੜਾ ਸਾਡਾ फांसी का ब्रंट है, साड़ी मौत का ब्रंट है। सिकंदर जी, एक छोटी सी बात और करूं, जिस तरह आज काले कानूनों को लेकर बीजेपी और जेजेपी को लेकर किसानों में बहुत तकड़ा रोष है। और ख़ास तौर पर कई जगह तो बैनर भी लगे हुए हैं कि हर एक गांव का बात करूं तो हमने जिस तरह माधो सिंघाड़ा, मलवाणी इस साइड कई जगह यात्रा की है, तो उन गाँवों के अंदर हमने ये चीज़ देखी है अभी किसानों ने बैनर लगा रखे हैं और साफ तौर पर लिखा है कि बीजेपी और जेजेपी के जो नेता है उनका आना बिल्कुल मना है। तो इसके प्रति आपकी क्या प्रतिक्रिया, किस नज़रिए से देखते हो? मैं जिमें तुसी गल दसी है, तुसी हरेक पिंडां दे विच जाने रहने हो, डोर टू डोर हर एक थां ते शमूलियत करते हो। ਤੁਹਾਡਾ बहुत बड़ा योग है, योगदान है। ਉਹ मेरा क्रांतिकारी सलाम भी है, सलूट भी है सारे मीडिया ਨੂੰ, ਕਿਉਂਕਿ ਤੁਸੀਂ ਇੱਕ ਇਹੋ ਜਿਹਾ ਚੈਨਲ ਹੋ ਜਿਹੜੇ ਸਾਰੇ ਲੋਕਲ ਮੀਡੀਆ ਜਿਹੜਾ ਹਰ ਇੱਕ ਸੱਚਾਈ ਨੂੰ ਦਿਖਾਉਂਦਾ ਗਰਾਊਂਡ ਪੱਧਰ ਤੇ। ਜਿਵੇਂ ਤੁਸੀਂ ਅੱਜ ਸੁਲਤਾਨਪੁਰੀਆ ਪਿੰਡ 'ਚ ਪਹੁੰਚ ਰਹੇ ਹੋ ਤੇ ਜਿਹੜੇ ਬੀਜੇਪੀ ਤੇ ਜੇਜੇਪੀ ਦੀ ਗੱਲ ਕਰ ਰਹੇ ਹੋ, ਉਹ ਸਾਡਾ ਨਜ਼ਰੀਆ ਕੀ ਹੈ ਲੋਕਾਂ ਦੇ ਸਾਹਮਣੇ। ਜੇਜੇਪੀ ਨੇ ਦੇਖੋ, ਜੇਜੇਪੀ ਦੇ ਵਿੱਚ ਦੁਸ਼ਯੰਤ ਸਿੰਘ ਚੌਟਾਲਾ ਡਿਪਟੀ ਸੀਐਮ ਹੈ, ਉਹਨਾਂ ਦਾ ਛੋਟਾ ਭਰਾ ਅਜੇ ਸਿੰਘ ਚੌਟਾਲਾ ਉਹਨਾਂ ਦੇ ਫਾਦਰ ਸਾਹਮਣੇ। ਉਹ ਇੱਕ ਉਸ ਪਰਿਵਾਰ ਦੇ ਵੰਸ਼ ਨੇ ਜਿਹੜੇ ਤਾਊ ਦੇਵੀ ਲਾਲ ਨੇ, ਜਿਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਲਈ ਦਿਨ ਰਾਤ ਲੜਾਈ ਲੜੀ। ਉਹਨਾਂ ਨੇ ਔਰ ਉਹਨਾਂ ਨੇ ਵੋਟਾਂ ਵੀ ਉਹਨਾਂ ਦੇ ਨਾਂ 'ਤੇ ਮੰਗੀਆਂ। ਇਸ ਵਾਰੀ ਜਿਹੜਾ ਡਿਪਟੀ ਸੀਐਮ ਬਣੇ ਨੇ ਉਹਦੀ ਬਦੌਲਤ ਬਣੇ ਨੇ, ਤਾਊ ਦੇਵੀ ਲਾਲ ਦੀ ਬਦੌਲਤ। ਪਰ ਉਹਨਾਂ ਨੇ ਕੀ ਕੀਤਾ, ਇਸ ਕੁਰਸੀ ਨੂੰ ਫੜ ਕੇ ਬਹਿ ਗਏ ਔਰ ਉਹਨਾਂ ਨੇ ਇੱਕ ਕਲੰਕ ਲਾਤਾ ਤਾਊ ਦੇਵੀ ਲਾਲ ਦੇ ਨਾਮ ਨੂੰ। ਔਰ ਸਾਨੂੰ ਬੜਾ ਦੁੱਖ ਹੁੰਦਾ ਹੈ। ਉਹਨਾਂ ਦਾ ਫਰਜ਼ ਬਣਦਾ ਸੀ ਪਹਿਲੇ ਦਿਨ ਹੀ, ਉਸ ਦਿਨ ਜਿੱਥੇ ਪਿਪਲੀਆਂ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਸਿਰ ਪਾੜੇ ਗਏ। ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਮੈਨੂੰ, ਦਿਲ ਦੀ ਗਹਿਰਾਈ 'ਚੋਂ ਇੰਨਾ ਦਰਦ ਦਾ ਵੀ ਬਿਆਨ ਨਹੀਂ ਕਰ ਸਕਦੇ। ਉਹਨਾਂ ਕਿਸਾਨਾਂ ਦੇ ਸਿਰ ਪਾੜੇ ਗਏ ਤਾਂ ਦੁਸ਼ਯੰਤ ਦਾ ਫਰਜ਼ ਬਣਦਾ ਸੀ ਉਸੇ ਦਿਨ ਅਸਤੀਫਾ ਦੇਣ ਦਾ, ਕਿਉਂਕਿ ਤਾਊ ਦੇਵੀ ਲਾਲ ਦੇ ਨਾਲ 24 ਘੰਟੇ ਜਦੋਂ ਵੀ ਕਿਸੇ ਪਿੰਡ 'ਚ ਵੋਟ ਮੰਗਦੇ ਆ, ਕਿਸਾਨੀ ਕਿਸਾਨੀ ਕਿਸਾਨੀ, ਅਸੀਂ ਕਿਸਾਨ ਦੇ ਪੁੱਤ ਹਾਂ। ਅਤੇ ਮੈਨੂੰ ਨਹੀਂ ਲੱਗਦਾ ਉਹ ਕਿਸਾਨ ਦੇ ਪੁੱਤ ਹੈ, ਮੈਨੂੰ ਇਹ ਲੱਗਦਾ ਵੀ ਉਹ ਇੱਕ ਵਪਾਰੀ ਦੇ ਇੱਕ ਪੈਸੇ ਮੋਹ ਨੂੰ ਅੱਜ ਉਹ ਕੁਰਸੀ ਨੂੰ ਫੜੀ ਬੈਠਿਆ, ਇੱਕ ਜੋਗ ਦੀ ਤਰ੍ਹਾਂ ਜਿਹੜੇ ਛੱਡਣ ਲਈ ਤਿਆਰ ਨਹੀਂ। ਉਹਨਾਂ ਨੂੰ ਕੁਰਸੀ ਵੱਡੀ ਹੋ ਗਈ। ਜੇ ਉਹ ਉਸ ਦਿਨ ਅਸਤੀਫਾ ਦੇ ਦਿੰਦੇ ਨਾ, ਇਹੀ ਜਨਤਾ, ਇਹੀ ਲੋਕ ਉਹਨਾਂ ਨੂੰ ਸੀਐਮ, ਡਿਪਟੀ ਸੀਐਮ ਤੋਂ ਸੀਐਮ ਤੱਕ ਲਿਆਂਦੀ। ਜਿਹੜੀ ਗੱਲ ਰਹਿ ਗਈ ਬੀਜੇਪੀ ਦੀ, ਉਹ ਤਾਂ ਇੱਕ ਐਸੀ ਹੰਕਾਰੀ ਅਤੇ ਤਾਨਾਸ਼ਾਹ ਸਰਕਾਰ ਹੈ ਜਿਨ੍ਹਾਂ ਨੇ ਕਿਤੇ ਪਰਵਾਹ ਹੀ ਨਹੀਂ ਕੀਤੀ। ਅੱਜ 300 ਸੀਟ ਦਾ, ਉਹਨੂੰ 303 ਸੀਟ ਆ ਉਹਨਾਂ ਕੋਲ, ਉਸ ਦਾ ਹੰਕਾਰ ਕਰੀ ਬੈਠੇ ਨੇ। ਉਹਨਾਂ ਨੂੰ ਇੱਥੋਂ ਦੀ ਜਨਤਾ ਨਹੀਂ ਸਮਝ ਆ ਰਹੀ। ਉਹਨਾਂ ਨੇ ਲੋਕਤੰਤਰ ਦਾ ਘਾਣ ਕਰਤਾ। ਜਿਹੜਾ ਲੋਕਤੰਤਰ ਦਾ ਨਾਂ ਲੈਂਦੇ ਹੁੰਦੇ ਆਪਾਂ ਵੀ ਲੋਕਾਂ ਦਾ ਰਾਜ, ਲੋਕਾਂ ਦਾ ਰਾਜ ਨਹੀਂ ਇਹ ਇੱਕ ਤਾਨਾਸ਼ਾਹੀ ਰਾਜ ਹੈ, ਜਿਸ ਨੂੰ ਉਹਨਾਂ ਨੇ ਇੱਕ ਚੀਜ਼ ਖੇਡ ਬਣਾਤਾ ਲੋਕਤੰਤਰ ਨੂੰ। ਜੇ ਲੋਕਤੰਤਰ ਦਾ ਰਾਜ ਹੁੰਦਾ ਨਾ, ਅੱਜ ਉਹ ਕਦੋਂ ਦੇ ਕਾਨੂੰਨ ਵਾਪਸ ਲੈਤੇ ਹੁੰਦੇ ਉਹਨਾਂ ਨੇ, ਅਤੇ ਕਿਸਾਨਾਂ ਨੂੰ ਸਾਡਿਆਂ ਨੂੰ ਘਰੇ ਭੇਜਿਆ ਹੁੰਦਾ। ਜਿਹੜੇ ਸਾਡੇ 300 ਕਿਸਾਨ ਸ਼ਹੀਦ ਹੋ ਗਏ, ਉਹ ਇੱਕ ਕੋਈ ਜਾਨਵਰ ਮਰ ਜੇ ਉਹਦਾ ਦੁੱਖ ਪ੍ਰਗਟ ਕਰ ਦਿੰਦੇ ਨੇ। ਪਰ ਜੇ ਸਾਡਾ ਕਿਸਾਨ 250 ਹੋ ਗਿਆ, ਇੱਕ ਵਾਰੀ ਉਹਨਾਂ ਨੇ ਚਿੱਠੀ ਲੈਟਰ ਪਾ ਕੇ ਵੀ ਨਹੀਂ ਭੇਜਿਆ ਸਾਡੇ ਕਿਸਾਨ ਨੂੰ। ਇਹ ਦੁੱਖ ਦੀ ਗੱਲ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਤਾਨਾਸ਼ਾਹ ਸਰਕਾਰ ਹੈ। ਅਤੇ ਇਹਨਾਂ ਦੇ ਵਿਰੋਧ ਛੱਡ ਹੁਣ ਇਹ ਘਰੇ ਬਹਿ ਗਏ ਆਪਦੇ, ਇਹਨਾਂ ਨੂੰ ਜਿੰਦੇ ਲਾ ਕੇ ਬੈਠੇ ਹੋਏ ਨੇ। ਜਦੋਂ ਕਿਸੇ ਵੀ ਮੋੜ 'ਤੇ ਖੜ੍ਹ ਕੇ ਤੁਸੀਂ ਘਰੇ ਵੀ ਬਹਿੰਦੇ ਨਾ, ਉੱਥੇ ਵੀ ਤੁਸੀਂ ਕਿਸਾਨ ਜਾ ਕੇ ਚੁੱਪ ਕਰਕੇ ਤੁਸੀਂ ਦੇਖ ਸਕਦੇ ਹੋ। ਪ੍ਰਤਿਆ ਕੇ ਕਿਸੇ ਕਿਸਾਨ ਦਾ ਨਾਮ ਲੈ ਦਿਓ ਵੀ ਕਿਸਾਨ ਆ ਗਏ, ਉਹਨਾਂ ਦੀਆਂ ਨੀਂਦਾਂ ਹਰਾਮ ਹੋਈਆਂ ਪਈਆਂ ਨੇ।
ਇਸ ਕਰਕੇ ਇਹਨਾਂ ਨੂੰ ਨਾ, ਜੇ ਇਸੇ ਤਰ੍ਹਾਂ ਹੀ ਹਾਲਾਤ ਚੱਲਦੇ ਰਹੇ, ਇਹਨਾਂ ਦੇ ਦਿਮਾਗ ਹਲਦੇ ਦੇਖੋਗੇ ਤੁਸੀਂ, ਇਸ ਮੀਡੀਆ ਰਾਹੀਂ ਕਵਰ ਕਰੋਗੇ ਨੇਤਾਂ ਦੀ। ਔਰ ਮੈਂ ਬੇਨਤੀ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੀ ਬੀਜੇਪੀ ਤੇ ਜੇਜੇਪੀ ਦਾ, ਮੈਂ ਪਿੰਡਾਂ ਦੇ ਵਿੱਚ ਬੈਠੇ ਹੋਏ ਨੌਜਵਾਨਾਂ ਨੂੰ, ਗਲੀਆਂ ਦੇ ਵਿੱਚ ਬੈਠੇ ਹੋਏ ਸਾਡੇ ਬਜ਼ੁਰਗਾਂ ਨੂੰ, ਸੱਥਾਂ ਦੇ ਵਿੱਚ ਬੈਠੇ ਆ, ਇਹਨਾਂ ਨੂੰ ਕਿਸੇ ਵੀ ਪਿੰਡ ਦੇ ਵਿੱਚ ਨਾ ਐਂਟਰੀ ਕੀਤੀ ਜਾਵੇ, ਨਾ ਵੜਨ ਦਿੱਤਾ ਜਾਵੇ। ਜਿੰਨਾ ਚਿਰ ਇਹ ਸਾਡੇ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਬਿਲਕੁਲ ਹਰ ਇੱਕ ਪਿੰਡ ਦੇ ਵਿੱਚ ਲਿਖਿਆ ਗਿਆ, ਹਰ ਇੱਕ ਪਿੰਡ ਦੇ ਵਿੱਚ ਮੋੜ ਦੇ ਉੱਤੇ ਲਾ ਦਿੱਤਾ ਹੈ ਵੀ ਕਿਸੇ ਵੀ ਸਿਆਸੀ ਲੀਡਰ ਨੂੰ नहीं ਵੜਨ ਦਿੱਤਾ ਜਾਊਗਾ। सिकंदर जी, जिस तरह एक बात मैं छोटी सी और करूं, जिस तरह किसान हैं, सरकार मान रही है कि किसान बाल अट कर रहे हैं और सरकार जो है राज अटपेड़ी हुई है, तो सिकंदर जी बीच का रास्ता जो क्या निकाला जा सकता है जिससे इस समस्या का निदान हो सके? क्योंकि हमें ये तो पता है भी हल तो बातचीत से ही होगा। इसके बारे में क्या कहना चाहोगे? ਇਸ ਦੇ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ, ਦੇਖੋ ਤੁਸੀਂ ਕਹਿੰਦੇ ਹੋ ਵੀ ਕਿਸਾਨ ਹੱਟ ਕਰੀ ਬੈਠੇ ਨੇ, ਕਿਸਾਨ ਰਾਜਨੀਤਿਕ ਪਾਰਟੀਆਂ ਆਪਦੀ ਹੱਟ ਰਹੀਆਂ, ਕਿਸਾਨ ਹੱਟ ਨਹੀਂ ਕਰੀ ਬੈਠੇ। ਤੁਸੀਂ ਦੇਖਿਆ ਉਹ ਵੀ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹਰ ਵਾਰੀ ਕੋਈ ਅੰਦੋਲਨ ਹੁੰਦਾ ਹੈ ਮੰਗਾਂ ਲਈ ਹੁੰਦਾ ਹੈ, ਚਾਹੇ ਉਹ ਮੰਗ ਲਾ ਲਓ ਕੋਈ ਨੌਕਰੀ ਦੇ ਪੱਕੇ ਹੋਣ ਵਾਸਤੇ ਟੀਚਰ ਕਰਦੇ ਰਹਿੰਦੇ ਨੇ ਸਾਨੂੰ ਪੱਕਾ ਕੀਤਾ ਜਾਵੇ, ਜਾਂ ਕੋਈ ਕਿਸਾਨ ਮੰਗ ਕਰਦੇ ਨੇ ਵੀ ਸਾਡੇ ਫਸਲਾਂ ਦੇ ਰੇਟ ਦਿੱਤੇ ਜਾਣ, ਜਾਂ ਬੈਂਕ ਕਰਮਚਾਰੀ ਹੜਤਾਲ ਕਰਦੇ ਨੇ, ਜਾਂ ਡਾਕਟਰ ਹੜਤਾਲ ਕਰਦੇ ਨੇ ਵੀ ਸਾਨੂੰ ਸਹੀ ਸੁਵਿਧਾਵਾਂ ਦਿੱਤੀਆਂ ਜਾਣ। ਇਹ ਤੁਸੀਂ ਅਕਸਰ ਦੇਖੀਆਂ ਹੋਣੀਆਂ, ਤੁਸੀਂ ਕਵਰ ਵੀ ਕੀਤੀਆਂ ਹੋਣੀਆਂ, ਪਰ ਇਹ ਪਹਿਲਾ ਅੰਦੋਲਨ ਜਿਹਦੇ ਵਿੱਚ ਮੰਗ ਹੀ ਨਹੀਂ ਰਹੇ ਕਿਸਾਨ ਤਾਂ ਕੁਛ। ਕਿਸਾਨ ਕਿੱਥੋਂ ਆਪਦੀ ਹੱਟ ਤੇ ਅੜੇ ਹੋਏ ਨੇ, ਕਿਸਾਨ ਤਾਂ ਇਹ ਕਹਿ ਰਹੇ ਨੇ ਸਾਨੂੰ ਕੁਛ ਲੋੜ ਹੀ ਨਹੀਂ। ਔਰ ਜਿਹੜੀ ਸਰਕਾਰ ਹੈ, ਹੱਟ ਤਾਂ ਸਰਕਾਰ ਆਪਦੀ ਜਿੱਦ ਤੇ ਅੜੀ ਹੋਈ ਹੈ। ਸਰਕਾਰ ਨੂੰ ਇਹ ਹੈ ਵੀ ਸਾਡੀ ਕਿਸਾਨੀ ਕਦੇ ਬੇਇੱਜ਼ਤੀ ਨਾ ਹੋ ਜੇ, ਸਾਨੂੰ ਕਦੇ ਝੁਕਣਾ ਨਾ ਪੈ ਜੇ। ਅਸੀਂ ਝੁਕਦੇ ਨਹੀਂ, ਅਸੀਂ ਉਹ ਤਾਨਾਸ਼ਾਹ ਬੰਦੇ ਆ ਜਿਨ੍ਹਾਂ ਨੇ ਹਮੇਸ਼ਾ ਉਹ ਇੱਕ ਹੀ ਪਰਿਭਾਸ਼ਾ ਸਮਝਦੀ ਕਿ ਵੀ ਜਿਹੜੀਆਂ ਲੋਕਾਂ ਨੇ ਵੋਟਾਂ ਪਾਤੀਆਂ ਸਾਨੂੰ, ਔਰ ਵੋਟਾਂ ਪਾਉਣ ਤੋਂ ਬਾਵਜੂਦ ਵੀ ਇਹ ਸਮਝ ਲਿਆ ਵੀ ਇਹ ਲੋਕਤੰਤਰ ਹੈ ਜਿਹੜਾ ਖਤਮ ਹੈ, ਸਾਡਾ ਹੀ ਰਾਜ ਹੈ, ਅਸੀਂ ਜੋ ਕਵਾਂਗੇ ਇਹ ਪੂਰਾ ਹਿੰਦੁਸਤਾਨ ਮੰਨੂਗਾ, ਇਹ ਪੂਰਾ ਹਰਿਆਣਾ ਮੰਨੂਗਾ। ਜੇ ਇਹਨਾਂ ਨੂੰ ਕਹਿੰਦਾ ਖੂਹ 'ਚ ਛਾਲ ਮਾਰੋ ਤੇ ਖੂਹ 'ਚ ਛਾਲ ਮਾਰਨਗੇ, ਜੇ ਇਹਨਾਂ ਨੂੰ ਅਸੀਂ ਪੁੱਠਾ ਲਮਕਾਦਾ ਤਾਂ ਪੁੱਠਾ ਲਮਕਣਗੇ। ਨਹੀਂ, ਇਹ ਸਰਕਾਰ ਦਾ ਭੁਲੇਖਾ ਹੈ। ਸਰਕਾਰ ਇਹ ਭੁਲੇਖੇ ਨੂੰ ਦੂਰ ਕਰਦੇ। ਦੇਖੋ ਕਿਸਾਨ ਬਾਤਚੀਤ ਲਈ ਤਿਆਰ ਹੈ। ਮੋਦੀ ਸਾਹਿਬ ਨੇ ਇੱਕ ਕਿਹਾ ਸੀ ਇੱਕ ਕੌਲ, ਹਜੇ ਤੱਕ ਉਹ ਕੌਲ ਸਾਨੂੰ ਪਤਾ ਨਹੀਂ ਵੀ ਕਿੱਥੇ ਅੜੀ ਹੋਈ ਹੈ, ਹਜੇ ਤੱਕ ਕਿਸਾਨਾਂ ਕੋਲੇ ਉਹ ਪਹੁੰਚੀ ਨਹੀਂ, ਪਤਾ ਨਹੀਂ ਕਿੱਥੇ ਰੁਕੀ ਹੋਈ ਹੈ। ਇਸ ਕਰਕੇ ਮੈਂ ਤਾਂ ਇਹ ਦਰਖਾਸਤ ਕਰੂੰਗਾ ਤੁਹਾਡੇ ਮਾਧਿਅਮੀ ਸਰਕਾਰਾਂ ਨੂੰ। ਅਸੀਂ ਜਦੋਂ 25 ਨਵੰਬਰ ਨੂੰ ਬਾਰਡਰ ਤੇ ਗਏ ਸੀ, ਅਸੀਂ ਉੱਥੇ ਪਹੁੰਚੇ ਸੀ ਸਾਰੇ, ਤਾਂ 28 ਨੂੰ ਸਾਡੀ ਇਹ ਸੋਚ ਸੀ ਉੱਥੇ ਜਦੋਂ ਅਸੀਂ ਕਿਸਾਨ ਬੈਠੇ ਸੀ ਨਾ ਅੱਡੋ ਅੱਡ ਪਿੰਡਾਂ ਦੇ ਅੱਡੋ ਅੱਡ ਥਾਵਾਂ ਦੇ, ਤੇ ਅਸੀਂ ਇਹ ਸੋਚਿਆ ਸੀ ਵੀ ਜੇ ਅੱਜ ਇਹ ਮੋਦੀ ਅੱਜ ਕਾਨੂੰਨ ਵਾਪਸ ਲੈ ਲੇ ਤਾਂ ਲੋਕ ਇਸੇ ਤਰ੍ਹਾਂ ਹੀ ਜੁੜਦੇ ਰਹਿਣਗੇ। ਪਰ ਜੇ ਅੰਦੋਲਨ ਲੰਮਾ ਚੱਲ ਗਿਆ, ਇਹਨਾਂ ਦਾ ਜ਼ਿੰਦਗੀ, ਇਹਨਾਂ ਦੀਆਂ ਜੜ੍ਹਾਂ ਖਤਮ ਕਰ ਦੇਣਗੇ। ਆਉਣ ਵਾਲੇ ਸਮੇਂ 'ਚ ਜਿਹੜੀ ਕੁਰਸੀ ਫੜੀ ਬੈਠੇ ਨਾ, ਇਹ ਕੁੰਡਲੀ ਮਾਰੀ ਬੈਠੇ ਉਸ ਕੁਰਸੀ ਦੇ, ਉਹ ਕੁਰਸੀ ਹਮੇਸ਼ਾ ਲਈ ਸਦਾ ਲਈ, ਔਰ ਇਹ ਕਿਸਾਨਾਂ ਦਾ ਉਹ ਸ਼ਰਾਪ ਲੈ ਕੇ ਬਾਜੂ ਆਉਣ ਵਾਲੇ समय 'ਚ ਕਿਤੇ बीजेपी सरकार नहीं दोबारा दिलाई जाऊगी। सिकंदर जी, छोटी सी बात एक और करेंगे। जिस तरह मैं बात करूं कृषि मंत्री जेपी दलाल को लेकर, तो जेपी दलाल ने किसानों के ऊपर एक अभद्र टिप्पणी की थी और उन्होंने कहा था कि अगर किसान घर में होता तो भी मरता। तो ये इसके बारे में आप क्या कहना चाहोगे? देखो उस दिन जेपी दलाल जी एक बुद्धिजीवी बंदे सी, पर जिस तरह उन्होंने बयान सी वो देने का फर्ज नहीं बनता सी, क्योंकि वो भी एक किसान के पुत ने तो जा मैनूं लगदा वो है ही नहीं किसान के पुत। तो उन्होंने समझना चाहिए सी भी एडा वड्डा एक अहुदेदार जिम्मेदार मंत्री होने के वजह एडा बयान दे रहा है। एक तो 350 किसान शहीद हो गए, जे कोई इत्थे साडे हरियाणे दे विच कोई एक्टर आउंदा है जां किसी नूं कोई दुख तकलीफ होंदी है तो वो उत्ते 1 मिनट च बयान आपदा संदेश भेज दिंदे ने। पर जदों 300 किसान शहीद हो गए तो वो ये कह रहा भी रूटीन च घरे मरी जाते हैं, घरे भी मरना सी इन्हां ने। नहीं 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 नहीं, तुसीं जाके देखियो साडे नाल लगदा पंजाब है, हरियाणे दे भी अपने जींद रोहतक कन्नी दे किसान विचारे नौजवान शहीद हो गए। एक मेरे नाल लगदे दा मुंडा सी, एक फत्ता मालो का पिंड पैंदा, उत्थे शहीद होया एक मुंडा किसान 20 सालां दा सी, जिस दे विच ओहदे ब्याह होए नूं महीना होया सी। ते न तो सहुरा परिवार टुट गया, नाले ਉਹ ਪਰਿਵਾਰ ਬਿਖਰ ਗਿਆ। 21 ਮੁੰਡਾ ਸੀ ਔਰ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਨਾ 100 ਬੰਦਾ ਗਿਆ ਸੀ ਬੈਠਣ ਔਰ ਕੰਧਾਂ ਰੋਂਦੀਆਂ ਸੀ। ਉਹਦਾ ਜਵਾਬ ਨਹੀਂ, ਜੇ ਉਹਨਾਂ ਦਾ ਕੋਈ ਆਪਦਾ ਗੁਜ਼ਰੇ ਨਾ ਆਪਦਾ ਮਰੇ ਉਹਨਾਂ ਨੂੰ ਫੇਰ ਪਤਾ ਲੱਗੇ ਕਿਸਾਨ ਦਾ ਦਰਦ ਕੀ ਹੈ। ਇਹ ਜਾਂ ਰੱਬ ਜਾਣਦਾ ਹੈ ਤੇ ਜਾਂ ਕਿਸਾਨ ਜਾਣਦੇ ਨੇ। सिकंदर जी, एक छोटी सी बात लास्ट आखिरी सवाल मैं आपसे करूँगा। आज क्या संदेश देना चाहोगे किसान भाइयों के लिए? मैं तो कोई संदेश देने वाला बड़ा बड़ा है नहीं, बच्चा छोटा। ਅਸੀਂ ਇਸ ਇੱਕ ਸੰਘਰਸ਼ ਦੇ ਵਿੱਚ ਇੱਕ ਆਪਦੀ ਜਿਹੜੀ ਹਾਜ਼ਰੀ ਲਵਾਉਣ ਦਾ ਯਤਨ ਕਰ ਰਹੇ ਹਾਂ, ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰ ਰਹੇ ਹਾਂ, ਜਿਸ ਦੇ ਵਿੱਚ ਸਾਡੇ ਨਾਲ ਬਜ਼ੁਰਗ ਨੇ, ਸਾਡੇ ਅੱਗੇ ਬਜ਼ੁਰਗ ਲਾਏ ਹੋਏ ਨੇ, ਯੂਥ ਆ ਸਾਡਾ। ਬਸ ਇੱਕ ਹੀ ਬੇਨਤੀ ਕਰਾਂਗੇ ਅਸੀਂ ਵੀ ਆਉਣ ਇਸ ਜਦੋਂ ਤੱਕ ਸਾਡਾ ਇੱਕ ਕਿਸਾਨ